ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋ ਗੁਰੂ ਗੋਬਿੰਦ ਸਿੰਘ ਜੀ ਨੇ 11ਵਾਂ ਗੁਰੂ ਥਾਪਿਆ ਸੀਗਾ, ਉਹ ਸਮੂਹ ਸਿੱਖ ਸੰਗਤ ਨੂੰ ਹੁਕਮ ਜਾਰੀ ਹੋਏ ਸਨ ਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਕਿ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਇਹ ਜਿਹੜਾ ਦਸਮ ਜੋ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨੇ, ਇਹਨਾਂ ਨੂੰ 11ਵਾਂ ਗੁਰੂ ਥਾਪਿਆ ਗਿਆ ਸੀ। ਇਹਦੇ ਸਾਨੂੰ ਧਰਮ ਦੀ ਸੇਧ ਮਿਲਦੀ ਹੈ, ਉਸ ਅਕਾਲ ਪੁਰਖ ਨਾਲ ਇੱਕਮਿਕ ਕਿਵੇਂ ਹੋਣਾ ਹੈ, ਕਿਵੇਂ ਕਿਵੇਂ ਅਸੀਂ ਉਸ ਅਕਾਲ ਪੁਰਖ ਦੀ ਉਸਤਤ ਕਰਨੀ ਹੈ। ਤੋ ਇਹ ਆਦ ਗ੍ਰੰਥ ਜੋ ਹੈ ਇਹ ਸਿੱਖੀ ਦਾ 11ਵਾਂ ਔਰ ਆਖੀਰਲਾ ਗ੍ਰੰਥ ਹੈ, ਗੁਰੂ ਹੈ, ਜੋ ਕਿ ਜਾਗਦਾ ਗੁਰੂ ਹੈ। ਦਸਮ ਗ੍ਰੰਥ ਦਾ ਮੁਕਾਬਲਾ ਜੀ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਹੋ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਆਪਣੇ ਆਪ 'ਚ ਗੁਰੂ ਨੇ, ਔਰ ਦਸਮ ਗ੍ਰੰਥ ਜੋ ਹੈ ਨੇ ਇਹ ਉਹ ਗੁਰੂ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਇਹ ਆਪਣੇ ਹੱਥ ਨਾਲ ਇਹ ਸਾਰਾ ਜੋ ਹੈ ਗ੍ਰੰਥ ਲਿਖਿਆ ਸੀਗਾ। ਇਹਦੇ ਵਿੱਚ ਉਹਨਾਂ ਨੇ ਆਮ ਜਿਹੜੇ ਸਿੱਖ ਹੈ, ਜਿਹੜਾ ਖਾਲਸਾ ਹੈ ਖਾਸ ਤੌਰ 'ਤੇ, ਉਹਨਾਂ ਨੂੰ ਇਹ ਸੇਧ ਦਿੱਤੀ ਸੀ ਕਿ ਤੁਸੀਂ ਸਮਾਜ ਵਿੱਚ ਕਿਵੇਂ ਵਿਚਰਨਾ ਹੈ, ਤੁਸੀਂ ਰਾਜਨੀਤਿਕ ਪਰਿਵਾਰਕ ਤੌਰ 'ਤੇ ਉੱਤੇ ਤੁਸੀਂ ਸਮਾਜ ਕਿਵੇਂ ਵਿਚਰਨਾ ਹੈ, ਕਿਵੇਂ ਕਿਵੇਂ ਕਿਸ ਕਿਸ ਚੀਜ਼ ਤੋਂ ਬਚਣਾ ਹੈ। ਤਾਂ ਇੱਕ ਤਰੀਕੇ ਨਾਲ ਇਹ ਸਮਝ ਲਓ ਕਿ ਜਿਵੇਂ ਕੋਈ ਬੱਚਾ ਜਦੋਂ ਵੱਡਾ ਹੁੰਦਾ ਹੈ ਜਾਂ ਕੁੜੀ ਜਾਂ ਕੋਈ ਲੜਕੀ ਹੈਗੀ, ਉਹ ਜਦੋਂ ਜਵਾਨੀ ਪੈਰ ਰੱਖਦੀ ਹੈ ਤੇ ਉਹਦੀ ਜੋ ਮਾਂ ਹੈ, ਉਹਦੇ ਜੋ ਫਾਦਰ ਨੇ, ਜੋ ਮੁੰਡੇ ਦੇ ਫਾਦਰ ਨੇ, ਉਹ ਆਪਣੇ ਬੱਚੇ ਨੂੰ ਸੇਧ ਦਿੰਦੇ ਨੇ ਕਿ ਬੇਟਾ ਅਸੀਂ ਸਮਾਜ ਵਿੱਚ ਵਿਚਰਨਾ ਹੈ ਤੇ ਅਸੀਂ ਇਹਨਾਂ ਨੇ ਜਦੋਂ ਬਚਣਾ ਹੈ। ਜਾਂ ਫਿਰ ਕੋਈ ਸਮਾਜ ਵਿੱਚ ਐਸੀ ਗੱਲ ਹੋ ਰਹੀ ਹੈ ਜਿਹਦੇ ਵਿੱਚ ਕਿ ਖਾਲਸੇ ਨੂੰ ਗੁਰਮਤਿ ਤੌਰ ਦੇ ਉੱਤੇ ਕੋਈ ਜਵਾਬ ਨਹੀਂ ਮਿਲਦਾ, ਤੇ ਉਹਨੇ ਆਪਣੇ ਆਪ ਨੂੰ ਕਿਵੇਂ ਇਸ ਚੀਜ਼ ਤੋਂ ਬਚਾਉਣਾ ਹੈ। ਗੁਰੂ ਜੋ ਦਸਮ ਗ੍ਰੰਥ ਹੈ ਇਹਦੇ ਵਿੱਚ ਇਸ ਚੀਜ਼ ਸਾਫ਼ ਸੇਧ ਦਿੱਤੀ ਗਈ ਹੈ ਜੀ। ਸੋ ਇਹਦੇ ਵਿੱਚ ਮੈਂ ਇਹਦੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਇਹਦਾ ਆਫਟਰ ਆਲ ਜਿਹੜੀ ਇਹ ਦਸਮ ਗ੍ਰੰਥ ਦੀ ਜ਼ਰੂਰਤ ਕਿਉਂ ਪਈ। ਸੋ ਇੱਕ ਬਹੁਤ ਵੱਡਾ ਸਵਾਲ ਹੈ, ਕਿਉਂਕਿ ਇਹਦੇ ਨਾਲ ਹੀ ਕਲੀਅਰ ਹੁੰਦਾ ਹੈ ਕਿ ਅਸਲ ਦੇ ਵਿੱਚ ਦਸਮ ਗ੍ਰੰਥ ਦਾ ਮੇਨ ਮੋਟਿਵ ਕੀ ਹੈ, ਮਕਸਦ ਕੀ ਹੈ। ਸੋ ਮੈਂ ਦੱਸਣਾ ਚਾਹਾਂਗਾ ਕਿ ਅੱਜ ਦੀ ਡੇਟ ਵਿੱਚ ਸਾਇੰਸ ਹੈਰਾਨ ਹੈ ਕਿ ਕੋਈ ਇਨਸਾਨ ਕਿਵੇਂ ਮਨੁੱਖੀ ਦਿਮਾਗ ਉੱਤੇ ਕਾਮ ਦੀ ਪਕੜ ਨੂੰ ਇੰਨੀ ਡੂੰਘਾਈ ਵਿੱਚ ਸਮਝ ਸਕਦਾ। ਹੈਰਾਨ ਤਾਂ ਹੋਣਾ ਵੀ ਹੈ, ਕਿਉਂਕਿ ਅਨੇਕ ਭਾਸ਼ਾਵਾਂ ਦੇ ਗੂੜ ਗਿਆਨ ਅਤੇ ਲਿਖਣ ਦੀ ਅਧਿਆਤਮਿਕ ਕਲਾ ਵਿੱਚ ਪਰਪੱਕ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਦੀਆਂ ਬਾਣੀਆਂ ਦੇ ਰੂਪ ਵਿੱਚ ਆਪਣੇ ਖਾਲਸੇ ਨੂੰ ਅਨਮੋਲ ਖਜ਼ਾਨਾ ਦਿੱਤਾ। ਦਸਮ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ ਅਧਿਆਤਮਿਕ ਸੰਸਾਰ ਵਿੱਚ ਗੱਲਾਂ ਦੇ ਨਾਲ ਨਾਲ ਇਤਿਹਾਸ ਅਤੇ ਸਮਾਜਿਕ ਵਿਸ਼ਿਆਂ ਨੂੰ ਵੀ ਛੂਹਿਆ ਹੈ। ਅਸਲ ਬਾਪ ਹੁੰਦਾ ਹੀ ਉਹ ਹੈ ਜੋ ਆਪਣੀ ਔਲਾਦ ਨੂੰ ਹਰ ਤਰ੍ਹਾਂ ਦੇ ਗਿਆਨ ਦੇ ਕੇ ਜ਼ਿੰਦਗੀ ਦੀ ਜੰਗ ਨੂੰ ਜਿੱਤਣ ਵਿੱਚ ਸਹਾਇਕ ਬਣੇ। ਸਾਡਾ ਜੀਵਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨਾਮੀ ਭਾਵਨਾਵਾਂ ਦੇ ਜ਼ਰੀਏ ਕਿਰਿਆ ਕਰਦਾ ਹੈ। ਜੇਕਰ ਇਹ ਭਾਵਨਾਵਾਂ ਇੱਕ ਦਾਇਰੇ ਦੇ ਵਿੱਚ ਰਹਿਣ ਤਾਂ ਜੀਵਨ ਦੀ ਗੱਡੀ ਬਹੁਤ ਵਧੀਆ ਚੱਲਦੀ ਹੈ, ਪਰ ਜੇਕਰ ਇਹ ਹੱਥੋਂ ਬਾਹਰ ਹੋ ਜਾਣ ਤਾਂ ਭਾਵ ਅਨਿਯੰਤਰਿਤ ਹੋ ਜਾਣ ਦਾ ਰਹਿਣ ਦਾ ਜੀਵਨ ਜੋ ਹੈ, ਉਹ ਜੀਵਨ ਜੋ ਰਹਿਣ ਸਹਿਣ ਹੈ ਉਹ ਤਬਾਹ ਹੋ ਜਾਂਦਾ ਹੈ। ਫਿਰ ਅਸੀਂ ਅਧਿਆਤਮਿਕਤਾ ਦੇ ਸੰਸਾਰ ਵਿੱਚ ਤਾਂ ਕੀ ਪ੍ਰਵੇਸ਼ ਕਰਨਾ ਹੁੰਦਾ ਹੈ, ਸਗੋਂ ਅਸੀਂ ਤਾਂ ਸਮਾਜ ਵਿੱਚ ਵੀ ਚੰਗੀ ਤਰ੍ਹਾਂ ਵਿਚਰ ਨਹੀਂ ਸਕਦੇ। ਸੋ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵਿੱਚ ਕਾਮ ਨੂੰ ਹਮੇਸ਼ਾ ਪਹਿਲੇ ਨੰਬਰ 'ਤੇ ਲਿਖਿਆ ਔਰ ਬੋਲਿਆ ਜਾਂਦਾ ਹੈ, ਜਿਸ ਦਾ ਕਾਰਨ ਇਹ ਹੈ ਕਿ ਸਾਡਾ ਜਨਮ ਹੀ ਇਸ ਦੇ ਜ਼ਰੀਏ ਹੁੰਦਾ ਹੈ। ਇਹ ਹੀ ਬਾਕੀ ਭਾਵਨਾਵਾਂ ਭਾਵ ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦਾ ਬਾਪ ਹੈ। ਜੇਕਰ ਸਾਡਾ ਜਨਮ ਹੀ ਨਹੀਂ ਹੋਵੇਗਾ ਤਾਂ ਬਾਕੀ ਦੀਆਂ ਚਾਰ ਭਾਵਨਾਵਾਂ ਦਾ ਕੋਈ ਵੀ ਵਜੂਦ ਨਹੀਂ ਰਹੇਗਾ। ਸਾਡਾ ਸਰੀਰ ਹੀ ਕਾਮ ਦੀ ਉਪਜ ਹੈ। ਜਦ ਅਸੀਂ ਪੈਦਾ ਹੀ ਕਾਮ ਤੋਂ ਹੋਏ ਹਾਂ ਤਾਂ ਫਿਰ ਅਸੀਂ ਪੈਦਾਇਸ਼ ਦੇ ਕਾਰਨ ਦੀ ਗੱਲ ਕਰਦੇ ਹੋਏ ਕਿਉਂ ਹਿਚਕਚਾਉਂਦੇ ਹਾਂ? ਹਾਂ, ਹੋ ਸਕਦਾ ਹੈ ਕਿ ਸਾਡੀ ਸੋਚ ਹੀ ਗੰਦੀ ਹੋਵੇ। ਜੇਕਰ ਕੋਈ ਮਰਦ ਡਾਕਟਰ ਕਿਸੇ ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਸਮੇਂ ਪ੍ਰਸਵ ਕਿਰਿਆ ਸੰਪੂਰਨ ਕਰਾਉਣ ਵਿੱਚ ਉਸ ਦੀ ਸਹਾਇਤਾ ਕਰੇ ਤਾਂ ਉਹ ਉਸ ਦੀ ਡਿਊਟੀ ਬਣਦੀ ਹੈ। ਇਹ ਡਾਕਟਰ ਦਾ ਕਾਰਜ ਹੈ, ਇਹ ਫਰਜ਼ ਹੈ। ਕਈ ਕਹਿ ਦਿੰਦੇ ਨੇ ਕਿ ਜੇ ਕਾਮ ਕੋਈ ਬੁਰਾ ਵਿਸ਼ਾ ਨਹੀਂ ਹੈ ਤਾਂ ਆਪਣੀ ਧੀਆਂ ਜਾਂ ਭੈਣਾਂ ਨਾਲ ਬੈਠ ਕੇ ਤੁਸੀਂ ਗੱਲ ਸਾਂਝੀ ਕਰੋ। ਇਹ ਜਾਹਿਲਤਾ ਵਾਲਾ ਸਵਾਲ ਹੈ। ਅੱਜ ਦੇ ਸਮੇਂ ਵਿੱਚ ਸੈਕਸ ਸਿੱਖਿਆ ਜੋ ਹੈ ਇੱਕ ਵਿਸ਼ੇ ਦੇ ਰੂਪ ਵਿੱਚ ਸਕੂਲਾਂ ਵਿੱਚ ਪੜ੍ਹਾਈ ਜਾ ਰਹੀ ਹੈ। ਆਦਿ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਸ਼ਮੇਸ਼ ਪਿਤਾ ਵੱਲੋਂ ਆਪਣੀ ਬਾਣੀ ਨੂੰ ਸ਼ਾਮਲ ਨਾ ਕਰਨ ਪਿੱਛੇ ਦਸਮ ਬਾਣੀ ਦੀ 20 ਰਸ ਵਾਲੀ ਬਣਤਰ ਸਮਾਜਿਕ ਅਤੇ ਇਤਿਹਾਸਿਕ ਵਿਸ਼ਿਆਂ ਉੱਤੇ ਚਰਚਾ ਵਰਗੇ ਬਹੁਤ ਸਾਰੇ ਹੋਰ ਵੀ ਵਿਸ਼ੇ ਦੇ ਨਾਲ ਨਾਲ ਕਾਮ ਸੰਬੰਧੀ ਵਿਸਥਾਰ ਨਾਲ ਲਿਖਣ ਦੀ ਇੱਕ ਵੱਡਾ ਕਾਰਨ ਹੈ। ਯਾਦ ਰਹੇ ਕਿ ਇਹ ਖਾਲਸੇ ਦਾ ਗ੍ਰੰਥ ਹੈ, ਨਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰ੍ਹਾਂ ਸਿਰਫ ਪਰਮੇਸ਼ਵਰ ਦੀ ਗੱਲ ਅਤੇ ਉਹਦੀ ਉਸਤਤ ਕਰਨ ਵਾਲੀ ਹੈ। ਚਰਿਤ੍ਰੋਪਾਖਿਆਨ ਬਾਣੀ ਵਿੱਚ ਗੁਰੂ ਸਾਹਿਬ ਨੇ ਬੁੱਧੀ ਦੇ 405 ਚਰਿੱਤਰਾਂ ਦਾ ਜ਼ਿਕਰ ਕੀਤਾ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਔਰਤਾਂ ਨਾਲ ਸੰਬੰਧਿਤ ਚਰਿੱਤਰ ਹਨ। ਔਰਤਾਂ ਨਾਲ ਸੰਬੰਧਿਤ ਚਰਿੱਤਰ ਇਸ ਲਈ ਜ਼ਿਆਦਾ ਹਨ ਕਿਉਂਕਿ ਇੱਕ ਔਰਤ ਹੀ ਕਾਮ ਦੇ ਸੰਬੰਧ ਵਿੱਚ ਜ਼ਿਆਦਾ ਖਤਰਨਾਕ ਹੁੰਦੀ ਹੈ।
ਔਰਤ ਇਸ ਦੇ ਜ਼ਰੀਏ ਕੁਝ ਵੀ ਕਰ ਸਕਦੀ ਔਰ ਕਰਵਾ ਸਕਦੀ ਹੈ। ਸਮਾਜ ਮਰਦ ਪ੍ਰਧਾਨ ਹੈ, ਪਰ ਮਰਦ ਵਿੱਚ ਪ੍ਰਧਾਨ ਕਾਮ ਹੈ। ਮਰਦ ਦੇ ਕਾਮ ਨੂੰ ਆਸਾਨੀ ਨਾਲ ਜਗ੍ਹਾ ਦੇਣ ਦੀ ਕਾਬਲੀਅਤ ਕੁਦਰਤ ਨੇ ਔਰਤ ਨੂੰ ਬਖਸ਼ੀ ਹੈ। ਜੇ ਔਰਤ ਮਰਦ ਨੂੰ ਕਾਮ ਵਿੱਚ ਗ੍ਰਸਤ ਕਰ ਦੇਵੇ, ਉਸ ਔਰਤ ਦਾ ਮਰਦ ਉੱਤੇ ਪੂਰਾ ਨਿਯੰਤਰਣ ਬਣ ਜਾਂਦਾ ਹੈ। ਉਹ ਉਸ ਮਰਦ ਨੂੰ ਕਾਮੁਕਤਾ ਦੇ ਨਸ਼ੇ ਵਿੱਚ ਮਦਹੋਸ਼ ਕਰਕੇ ਉਸ ਤੋਂ ਕੁਝ ਵੀ ਕਰਵਾ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਕੋਈ ਔਰਤ ਕਿਸੇ ਮਰਦ ਵੱਲੋਂ ਦਿੱਤੇ ਗਏ ਪੈਸੇ ਅਤੇ ਹੁਕਮ ਅਨੁਸਾਰ ਕਿਸੇ ਹੋਰ ਮਰਦ ਨੂੰ ਕਾਮ ਵਰਗੇ ਘਿਨੌਣੇ ਜੁਰਮ ਵਿੱਚ ਫਸਾ ਲਏ ਅਤੇ ਆਪਣੇ ਆਕਾ ਦੀ ਮਰਜ਼ੀ ਮੁਤਾਬਕ ਹੀ ਉਸ ਦੇ ਕਾਰਜ ਕਰਵਾ ਰਹੀ ਹੋਵੇ। ਇਤਿਹਾਸ ਵਿੱਚ ਅਜਿਹਾ ਬਹੁਤ ਵਾਰ ਹੋਇਆ ਹੈ ਕਿ ਔਰਤ ਦੇ ਜ਼ਰੀਏ ਕਾਮ ਨੂੰ ਹਥਿਆਰ ਬਣਾ ਕੇ ਬਹੁਤ ਸਾਰੇ ਸੂਰਮਿਆਂ, ਤਪਸਵੀਆਂ ਅਤੇ ਵਿਦਵਾਨਾਂ ਦਾ ਖਾਤਮਾ ਕੀਤਾ ਗਿਆ ਹੈ। ਜਿਵੇਂ ਕਿ ਇੱਕ ਚਰਿੱਤਰ ਹੈ, ਇੱਕ ਅਜਿਹਾ ਚਰਿੱਤਰ ਹੈ ਜਿਸ ਵਿੱਚ ਕਿ ਇੱਕ ਰਾਜਕੁਮਾਰੀ ਦਾ ਚਰਿੱਤਰ ਹੁੰਦਾ ਹੈ ਜੋ ਆਪਣੀ ਪ੍ਰੇਮੀ ਨੂੰ ਪਵਿੱਤਰ ਸਥਾਨ ਵਿੱਚ ਮਿਲਦੀ ਸੀ ਅਤੇ ਕਾਮ ਕਿਰਿਆ ਵੀ ਕਰਦੀ ਸੀ। ਉਹ ਸੰਭੋਗ ਕਰਦੇ ਸਮੇਂ ਘੰਟੀਆਂ ਵਜਾਉਂਦੀ ਸੀ ਤਾਂ ਕਿ ਲੋਕ ਸਮਝਣ ਕਿ ਉਹ ਪੂਜਾ ਕਰ ਰਹੀ ਹੈ। ਇੱਕ ਦਿਨ ਉਸ ਰਾਜਕੁਮਾਰੀ ਦਾ ਪਿਓ, ਯਾਨੀ ਕਿ ਉਸ ਦੇਸ਼ ਦਾ ਰਾਜਾ, ਪੂਜਾ ਕਰਨ ਆ ਗਿਆ। ਰਾਜਕੁਮਾਰੀ ਦੀ ਸਹੇਲੀ ਨੇ ਰਾਜੇ ਨੂੰ ਕਿਹਾ ਕਿ ਅਜੇ ਰੁਕ ਜਾਓ ਕਿਉਂਕਿ ਰਾਜਕੁਮਾਰੀ ਪੂਜਾ ਕਰ ਰਹੀ ਹੈ। ਉਸ ਮੌਕੇ ਤੇ ਰਾਜਕੁਮਾਰੀ ਆਪਣੇ ਪ੍ਰੇਮੀ ਨਾਲ ਸੰਭੋਗ ਕਰ ਰਹੀ ਸੀ। ਜਦੋਂ ਸੰਭੋਗ ਪੂਰਾ ਹੋਇਆ ਤਾਂ ਰਾਜਕੁਮਾਰੀ ਦਾ ਪ੍ਰੇਮੀ ਉਸ ਨੂੰ ਕਹਿੰਦਾ ਕਿ ਹੁਣ ਮੈਨੂੰ ਰਾਜਾ ਤੇਰੇ ਨਾਲ ਦੇਖ ਲਵੇਗਾ ਤੇ ਉਹ ਸਮਝ ਜਾਏਗਾ। ਪਰ ਦੇਖੋ ਰਾਜਕੁਮਾਰੀ ਦੀ ਚਤੁਰਾਈ, ਉਸਨੇ ਆਪਣੀ ਸਖੀ ਨੂੰ ਬੁਲਾਇਆ ਅਤੇ ਕਿਹਾ ਕਿ ਰਾਜੇ ਨੂੰ ਕਹਿ ਦੇਵੋ ਕਿ ਰਾਜਕੁਮਾਰੀ ਨੂੰ ਈਸ਼ਵਰ ਨੇ ਵਰਦਾਨ ਵਿੱਚ ਪਤੀ ਦਿੱਤਾ ਹੈ। ਸਹੇਲੀ ਨੇ ਜਾ ਕੇ ਰਾਜੇ ਨੂੰ ਇਸ ਤਰ੍ਹਾਂ ਕਿਹਾ, ਬਾਣੀ ਵਿੱਚ ਲਿਖਿਆ ਹੈ ਕਿ ਮੂਰਖ ਰਾਜਾ ਆਪਣੀ ਧੀ ਦੇ ਪਾਪ ਨੂੰ ਨਾ ਸਮਝਿਆ ਅਤੇ ਮੰਦਰ ਦੇ ਅੰਦਰ ਜਾ ਕੇ ਆਪਣੀ ਧੀ ਦੇ ਪ੍ਰੇਮੀ ਨੂੰ ਵਰਦਾਨ ਸਮਝ ਕੇ ਉਸ ਦੇ ਹੱਥ ਵਿੱਚ ਆਪਣੀ ਧੀ ਦਾ ਹੱਥ ਦੇ ਦਿੱਤਾ। ਇਸ ਤੋਂ ਬਾਅਦ ਧੂਮਧਾਮ ਨਾਲ ਦੋਵਾਂ ਦਾ ਵਿਆਹ ਕਰਵਾਇਆ ਗਿਆ। ਇਸ ਚਰਿੱਤਰ ਵਿੱਚ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਇੱਕ ਰਾਜਕੁਮਾਰੀ ਜੋ ਕਿ ਪੂਰੇ ਰਾਜ ਦੀ ਇੱਜ਼ਤ ਹੁੰਦੀ ਹੈ ਨੇ ਕਾਮ ਦੇ ਵਸ ਹੋ ਕੇ ਇੱਕ ਤਾਂ ਆਪਣੇ ਬਾਪ ਅਤੇ ਪੂਰੇ ਰਾਜ ਦੀ ਇੱਜ਼ਤ ਦੀ ਪਰਵਾਹ ਨਹੀਂ ਕੀਤੀ, ਉੱਪਰੋਂ ਆਪਣੇ ਇਸ਼ਟ ਦੇ ਅਸਥਾਨ ਵਿੱਚ ਜਾ ਕੇ ਉਸ ਦੀ ਪੂਜਾ ਕਰਨ ਦੀ ਬਜਾਏ ਉਸ ਦੇ ਸਾਹਮਣੇ ਆਪਣੇ ਪ੍ਰੇਮੀ ਨਾਲ ਸੰਭੋਗ ਕੀਤਾ। ਹੋਰ ਤਾਂ ਹੋਰ ਆਪਣੇ ਬਾਪ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਇਸ਼ਟ ਦੀ ਭਗਤੀ ਦੁਆਰਾ ਵਰਦਾਨ ਮਿਲਣ ਦਾ ਝੂਠਾ ਬੋਲ ਵੀ ਪ੍ਰੇਮੀ ਨੂੰ ਵਰ ਦੇ ਰੂਪ ਵਿੱਚ ਪ੍ਰਾਪਤ ਕਰਨ ਲਈ ਲਿਆ। ਬਾਣੀ ਵਿੱਚ ਰਾਜਕੁਮਾਰੀ ਨੇ ਇਸ ਕਾਰਜ ਨੂੰ ਨਕਾਰਾਤਮਕ ਲਿਖਿਆ ਗਿਆ ਹੈ। ਸੋ ਗੁਰੂ ਸਾਹਿਬ ਵੱਲੋਂ ਪੇਸ਼ ਕੀਤੇ ਗਏ ਇਸ ਚਰਿੱਤਰ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਾਮ ਦੇ ਵਸ ਹੋ ਕੇ ਲੋਕ ਇਸ਼ਟ ਦੀ ਵੀ ਪਰਵਾਹ ਨਹੀਂ ਕਰਦੇ। ਅੱਜ ਵੀ ਤੁਸੀਂ ਦੇਖ ਲਓ, ਬਹੁਤ ਸਾਰੇ ਮੁੰਡੇ ਕੁੜੀਆਂ ਗੁਰਦੁਆਰੇ ਜਾਂ ਮੰਦਰਾਂ ਵਿੱਚ ਮੱਥਾ ਟੇਕਣ ਦੇ ਬਹਾਨੇ ਜਾ ਕੇ ਜੋ ਹੈ ਉਹ ਗਲਤ ਕੰਮ ਵੀ ਕਰਦੇ ਨੇ। ਸਾਨੂੰ ਗੁਰੂ ਸਾਹਿਬਾਨਾਂ ਨੇ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਹੈ। ਇਸੇ ਤਰ੍ਹਾਂ ਇੱਕ ਹੋਰ ਚਰਿੱਤਰ ਹੈ ਜਿਸ ਵਿੱਚ ਕਿ ਇੱਕ ਰਾਜਕੁਮਾਰੀ ਆਪਣੇ ਭਾਈ ਦੇ ਰੂਪ ਤੇ ਮਤਲਬ ਕਿ ਮੋਹਿਤ ਹੋ ਜਾਂਦੀ ਉਸ 'ਤੇ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਵੇਸਵਾ ਦਾ ਰੂਪ ਧਾਰ ਲੈਂਦੀ ਹੈ। ਰਾਜਕੁਮਾਰ ਉਸ ਨੂੰ ਵੇਸਵਾ ਸਮਝ ਕੇ ਉਸ ਨਾਲ ਸੰਭੋਗ ਕਰਦਾ ਹੈ। ਉਸ ਤੋਂ ਬਾਅਦ ਰਾਜਕੁਮਾਰੀ ਦਿਨ ਵੇਲੇ ਤਾਂ ਰਾਜਕੁਮਾਰੀ ਹੀ ਬਣੀ ਰਹਿੰਦੀ ਹੈ ਅਤੇ ਰਾਤ ਵੇਲੇ ਵੇਸਵਾ ਬਣ ਜਾਂਦੀ ਹੈ। ਆਪਣੇ ਭਰਾ ਨਾਲ ਵੀ ਉਹ ਸੰਭੋਗ ਕਰਦੀ ਹੈ। ਇਸ ਚਰਿੱਤਰ ਦੇ ਜ਼ਰੀਏ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਇਆ ਹੈ ਕਿ ਕਾਮ ਨੇ ਕਿਸ ਤਰ੍ਹਾਂ ਇੱਕ ਭੈਣ ਨੂੰ ਆਪਣੇ ਭਾਈ ਨਾਲ ਕੁਕਰਮ ਕਰਨ ਲਈ ਮਜਬੂਰ ਕਰ ਦਿੱਤਾ। ਇਸ ਚਰਿੱਤਰ ਵਿੱਚ ਵੀ ਗੁਰੂ ਸਾਹਿਬ ਨੇ ਉਸ ਰਾਜਕੁਮਾਰੀ ਦੇ ਕਾਰਜ ਨੂੰ ਪਾਪ ਕਿਹਾ ਹੈ। ਸਮਰਾਲੇ ਇਲਾਕੇ ਵਿੱਚ ਇੱਕ ਪਿੰਡ ਵਿਖੇ ਸਕੇ ਭੈਣ ਭਰਾ ਨੇ ਵਿਆਹ ਵੀ ਕਰਵਾਇਆ ਹੈ। ਦੱਸੋ ਗੁਰੂ ਸਾਹਿਬਾਨ ਨੇ ਕੁਝ ਝੂਠ ਲਿਖਿਆ ਹੈ? ਗੁਰੂ ਸਾਹਿਬਾਨ ਨੇ ਘਟੀਆ ਲੋਕਾਂ ਦੀਆਂ ਸਾਰੀਆਂ ਨੀਚ ਕਾਮੀ ਕਰਤੂਤਾਂ ਦਾ ਪਰਦਾਫਾਸ਼ ਕੀਤਾ ਹੈ। ਇੱਕ ਹੋਰ ਚਰਿੱਤਰ ਹੈ ਜਿਸ ਵਿੱਚ ਇੱਕ ਔਰਤ ਰਾਜੇ ਨੂੰ ਆਪਣੇ ਘਰ ਬੁਲਾਉਂਦੀ ਹੈ ਤੇ ਉਸ ਨਾਲ ਸੰਪਰਕ ਕਰਨ ਦੀ ਇੱਛਾ ਪ੍ਰਗਟ ਕਰਦੀ ਹੈ, ਪਰ ਰਾਜਾ ਨਾ ਕਰ ਦਿੰਦਾ ਹੈ। ਰਾਜੇ ਦੀ ਨਾ ਤੋਂ ਗੁੱਸੇ ਹੋ ਕੇ ਉਹ ਔਰਤ ਆਪਣੇ ਸਹੇਲੀਆਂ ਨਾਲ ਮਿਲ ਕੇ ਰਾਜੇ ਨੂੰ ਬੰਨ੍ਹ ਲੈਂਦੀ ਹੈ ਅਤੇ ਰਾਜੇ ਦੇ ਸਿਰ 'ਚ ਜੁੱਤੀਆਂ ਮਾਰਦੀ, ਛਿੱਤਰ ਮਾਰਦੀ ਹੈ। ਵੇਖੋ ਗੱਲ ਉਸ ਸਮੇਂ ਦੀ ਹੈ ਜਦੋਂ ਰਾਜੇ ਨੂੰ ਲੋਕ ਪਰਮਾਤਮਾ ਸਮਝਦੇ ਸਨ, ਪਰ ਉਸ ਸਮੇਂ ਇੱਕ ਔਰਤ ਨੇ ਕਾਮ ਦੇ ਵਸ ਹੋ ਕੇ ਰਾਜੇ ਦੇ ਸਿਰ ਵਿੱਚ ਜੁੱਤੀਆਂ ਮਾਰੀਆਂ। ਵੇਖੋ ਕਾਮ ਕਿਹੋ ਜਿਹੇ ਪਾਪ ਕਰਾਉਂਦਾ ਹੈ। ਇੱਕ ਚਰਿੱਤਰ ਅਜਿਹੀ ਔਰਤ ਨਾਲ ਸੰਬੰਧਿਤ ਹੈ ਜੋ ਆਪਣੇ ਚਰਿੱਤਰ ਅਜਿਹੀ ਔਰਤ ਨਾਲ ਸੰਬੰਧਿਤ ਵੀ ਹੈ ਜੋ ਆਪਣੇ ਪੁੱਤਰ ਉੱਤੇ ਮੋਹਿਤ ਹੋ ਕੇ ਉਸ ਨੂੰ ਆਪਣੇ ਨਾਲ ਭੋਗ ਵਿਲਾਸ ਕਰਨ ਲਈ ਕਹਿੰਦੀ ਹੈ, ਪਰ
ਪੁੱਤਰ ਵੱਲੋਂ ਨਾ ਸੁਣਨ ਉਪਰੰਤ ਉਹ ਆਪਣੇ ਕੱਪੜੇ ਪਾੜ ਕੇ ਰਾਜੇ ਕੋਲ ਚਲੀ ਜਾਂਦੀ ਹੈ ਤੇ ਝੂਠਾ ਇਲਜ਼ਾਮ ਲਾਉਂਦੀ ਹੈ ਕਿ ਰਾਜਕੁਮਾਰ ਨੇ ਉਸ ਨਾਲ ਜ਼ਬਰਦਸਤੀ ਕੀਤੀ ਹੈ। 4 ਸਾਲ ਪਹਿਲਾਂ ਮੈਂ ਖਬਰ ਸੁਣ ਰਿਹਾ ਸੀ ਅਤੇ ਪੰਜਾਬ ਦੀ ਹੀ ਇੱਕ ਖਬਰ ਚੱਲ ਰਹੀ ਸੀ ਕਿ ਇੱਕ ਬੰਦੇ ਨੇ ਆਪਣੀ ਪਤਨੀ ਅਤੇ ਪੁੱਤਰ ਵਿਚਕਾਰ ਨਾਜਾਇਜ਼ ਸੰਬੰਧਾਂ ਬਾਰੇ ਪਤਾ ਲੱਗਣ ਉਪਰੰਤ ਖੁਦਕੁਸ਼ੀ ਵੀ ਕਰ ਲਈ। ਦੋਸਤੋ ਸਿੱਖੋ, ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕੀ ਝੂਠ ਲਿਖਿਆ ਹੈ? ਅਸੀਂ ਬਾਰ-ਬਾਰ ਦਸਮ ਗ੍ਰੰਥ ਨੂੰ ਨਿੰਦਦੇ ਹਾਂ, ਸਾਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ। ਜੇ ਅਸੀਂ ਉਹਨੂੰ ਚੰਗੀ ਤਰ੍ਹਾਂ ਪੜ੍ਹੀਏ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ। ਗੁਰੂ ਸਾਹਿਬ ਨੇ ਸਾਨੂੰ ਪਹਿਲਾਂ ਹੀ ਇਹਦੀ ਜੋ ਜਾਣਕਾਰੀ ਦਿੱਤੀ ਹੈ, ਜੋ ਕਹਿੰਦੇ ਨੇ ਕਿ ਇਹ ਬਾਣੀ ਸਾਨੂੰ ਕਾਮੀ ਬਣਾਉਂਦੀ ਹੈ। ਉਹਨਾਂ ਨੂੰ ਕਹਿਣਾ ਚਾਹਾਂਗਾ ਕਿ AK-47 ਇੱਕ ਹਥਿਆਰ ਹੈ। ਜੇਕਰ ਚੰਗੇ ਦੇ ਹੱਥ ਵਿੱਚ ਆ ਜਾਵੇ ਤਾਂ ਉਹ ਵਰਦਾਨ ਹੈ, ਜੇ ਮਾੜੇ ਦੇ ਹੱਥ ਵਿੱਚ ਆ ਜਾਵੇ ਤਾਂ ਸ਼ਰਾਪ ਹੈ। ਸੋ ਗੁਰੂ ਸਾਹਿਬਾਨ ਨੇ ਸਾਨੂੰ ਇਹ ਬਾਣੀ ਕਾਮ ਦੀਆਂ ਚਾਲਾਂ ਤੋਂ ਬਚਣ ਲਈ ਇੱਕ ਹਥਿਆਰ ਵਜੋਂ ਬਖਸ਼ੀ ਹੈ। ਜੇਕਰ ਤੁਹਾਡੇ ਮਨ ਵਿੱਚ ਖੋਟ ਹੋਵੇ ਤਾਂ ਤੁਸੀਂ ਇਸ ਵਿੱਚ ਦੱਸੀਆਂ ਗਈਆਂ ਕਾਮੀ ਚਾਲਾਂ ਨੂੰ ਖੁਦ ਦੇ ਕਾਮ ਦੀ ਤ੍ਰਿਪਤੀ ਲਈ ਇਸਤੇਮਾਲ ਕਰ ਸਕਦੇ ਹੋ। ਪਰ ਜੇਕਰ ਤੁਸੀਂ ਚੰਗੇ ਹੋ ਤਾਂ ਖੁਦ ਨੂੰ ਗੁਰੂ ਸਾਹਿਬਾਨ ਵੱਲੋਂ ਦੱਸੀਆਂ ਗਈਆਂ ਕਾਮੀ ਲੋਕਾਂ ਦੀਆਂ ਚਾਲਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰੋਗੇ। ਫੈਸਲਾ ਤੁਹਾਡੇ ਹੱਥ 'ਚ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਿੱਖੀ ਦੀ ਲਹਿਰ ਚਲਾਈ ਤੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ ਤੇ ਉਸ ਵੇਲੇ ਅਸੀਂ ਦੇਖਦੇ ਹਾਂ ਕਿ ਕਈ ਐਸੇ ਕੁਰੀਤੀਆਂ ਸਨ, ਵਾਹੀ ਅਡੰਬਰ ਸਨ, ਜਾਂ ਲਾ ਲਓ ਕਿ ਅਲੱਗ ਤਰੀਕੇ ਦੇ ਰਿਵਾਜ਼ ਸਨ। ਤਾਂ ਉਹਨਾਂ ਨੂੰ ਮੁਕਾਉਣ ਲਈ ਉਹਨਾਂ ਨੇ ਕਈ ਸਿੱਧ ਗੋਸ਼ਟੀਆਂ ਵੀ ਕੀਤੀਆਂ, ਔਰ ਸਿੱਧ ਗੋਸ਼ਟੀਆਂ ਵੀ ਡਿਟੇਲ ਜਾਂਦੀਆਂ ਸਨ, ਕਿਉਂਕਿ ਕਿਸੇ ਵੀ ਮਸਲੇ ਦਾ ਹੱਲ ਕਰਨ ਵਾਸਤੇ ਉਹਦੀ ਡੂੰਘਾਈ ਜਾਣਾ ਬਹੁਤ ਜ਼ਰੂਰੀ ਹੈ। ਉਹਨੂੰ ਸਮਝਾਉਣਾ ਕਿ ਇਹਦੇ ਕਿਹੜੇ ਬੁਰੇ ਪ੍ਰਭਾਵ ਨੇ, ਤੁਹਾਡੇ 'ਤੇ ਕੀ ਪ੍ਰਭਾਵ ਪਊਗਾ, ਸਮਾਜ 'ਤੇ ਕੀ ਪ੍ਰਭਾਵ ਪਊਗਾ, ਧਰਮ 'ਤੇ ਕੀ ਪ੍ਰਭਾਵ ਪਊਗਾ ਅਤੇ ਚਰਿੱਤਰ 'ਤੇ ਕੀ ਪ੍ਰਭਾਵ ਪਊਗਾ। ਕਿਸੇ ਵੀ ਘਟਨਾ ਦੇ ਨਿਪਟਾਰੇ ਲਈ ਸੰਪੂਰਨ ਜਾਣਕਾਰੀ ਜ਼ਰੂਰੀ ਹੈ। ਅੱਧੀ ਅਧੂਰੀ ਜਾਣਕਾਰੀ ਤੇ ਇਲਾਜ ਘਾਤਕ ਸਿੱਧ ਹੁੰਦਾ ਹੈ। ਮਿਸ਼ਨਰੀਆਂ ਨੇ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ, ਕਹਿ ਲਓ TRP ਵਾਸਤੇ, ਇਹਨਾਂ ਨੇ, ਜਾਂ ਮੈਂ ਤਾਂ ਸਮਝਦਾ ਕਿ ਇਹਨਾਂ ਦੀ ਜੋ ਮਾਨਸਿਕ ਜਾਹਿਲਤਾ ਹੈ, ਜੋ ਇਹਨਾਂ ਨੂੰ ਅਰਥ-ਬੋਧ ਦੀ ਘਾਟ ਹੈ ਕਿ ਇਹ ਲਿਖਿਆ ਇਹਦਾ ਮਤਲਬ ਕੀ ਹੈ, ਜਾਂ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਸੋ ਇਹ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਇਹ ਗਲਤ ਤਰੀਕੇ ਨਾਲ ਧਾਰਨਾ ਫੈਲਾਉਂਦੇ ਨੇ। ਹੁਣ ਜਿਹੜੇ ਸਿੱਖ ਮਿਸ਼ਨਰੀ ਕਤੀੜ ਕਹਿੰਦੇ ਨੇ ਕਿ ਦਸਮ ਬਾਣੀ ਵਿੱਚ ਇਹ ਲਿਖਿਆ ਗਿਆ ਹੈ ਕਿ ਜੇਕਰ ਕੋਈ ਇਸਤਰੀ ਕਿਸੇ ਮਰਦ ਨੂੰ ਭੋਗ ਵਿਲਾਸ ਕਰਨ ਲਈ ਕਹੇ ਤਾਂ ਮਰਦ ਉਸ ਨੂੰ ਨਾ ਕਰ ਦੇਵੇ ਤਾਂ ਅਜਿਹੇ ਅਵਸਥਾ ਵਿੱਚ ਮਰਦ ਨਰਕਾਂ ਨੂੰ ਜਾਂਦਾ ਹੈ। ਦੇਖੋ ਕਿੰਨੀ ਗਲਤ ਤਰੀਕੇ ਦੀ ਇਹਨਾਂ ਨੇ ਜੋ ਹੈ ਉਹ ਧਾਰਨਾ ਫੈਲਾ ਰਹੇ ਨੇ। ਇਹ ਗਲਤ ਵਿਆਖਿਆ ਹੈ। ਗੁਰੂ ਜੀ ਇਸ ਤਰੀਕੇ ਨਾਲ ਨਹੀਂ ਕਹਿ ਸਕਦੇ, ਸਗੋਂ ਇਸ ਨੂੰ ਬੜੇ ਅਜੀਬ ਤਰੀਕੇ ਨਾਲ ਜੋ ਉਹਨਾਂ ਨੇ ਮਿਸ਼ਨਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਗੋਂ ਇੱਕ ਉਹ ਚਰਿੱਤਰ ਹੈ ਜਿਸ ਵਿੱਚ ਇੱਕ ਔਰਤ ਇੱਕ ਰਾਜੇ ਨੂੰ ਆਪਣੇ ਨਾਲ ਭੋਗ ਵਿਲਾਸ ਕਰਨ ਲਈ ਕਹਿ ਰਹੀ ਹੈ ਅਤੇ ਰਾਜੇ ਵੱਲੋਂ ਨਾ ਕਰਨ ਉਪਰੰਤ ਉਹ ਔਰਤ ਰਾਜੇ ਨੂੰ ਕਹਿੰਦੀ ਹੈ ਕਿ ਜੇਕਰ ਉਹ ਉਸ ਨਾਲ ਸੰਭੋਗ ਨਹੀਂ ਕਰੇਗਾ ਤਾਂ ਉਹ ਨਰਕਾਂ ਨੂੰ ਜਾਏਗਾ। ਹੁਣ ਦੇਖੋ ਕਿ ਔਰਤ ਵੱਲੋਂ ਸੰਭੋਗ ਦੀ ਇੱਛਾ ਪ੍ਰਗਟ ਕਰਨ ਤੇ ਉਸ ਨੂੰ ਨਾ ਕਰਨ ਵਾਲਾ ਮਰਦ ਨਰਕਾਂ ਨੂੰ ਜਾਂਦਾ ਹੈ। ਉਸ ਔਰਤ ਵੱਲੋਂ ਰਾਜੇ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਉਸ ਨਾਲ ਭੋਗ ਕਰਨ ਦੀ ਇਹ ਗੱਲ ਇੱਕ ਚਾਲ ਹੈ। ਇਹ ਇੱਕ ਨੀਚ ਔਰਤ ਵੱਲੋਂ ਰਾਜੇ ਨਾਲ ਖੇਡੀ ਗਈ ਇੱਕ ਕੋਝੀ ਤਰਕੀਬ ਹੈ, ਇੱਕ ਕੋਝੀ ਚਾਲ ਹੈ। ਨਾ ਕਿ ਸਾਨੂੰ ਗੁਰੂ ਸਾਹਿਬ ਨੇ ਇਹ ਕਿਹਾ ਹੈ ਕਿ ਤੁਸੀਂ ਕਿਸੇ ਔਰਤ ਨਾਲ ਸੋ ਐਂਡ ਸੋ ਜੋ ਤੁਸੀਂ ਤੁਹਾਨੂੰ ਦੱਸਿਆ ਉਹ ਕਰੋ। ਉਸ ਨੂੰ ਨਾ ਕੀਤੀ ਤਾਂ ਨਰਕਾਂ ਵਿੱਚ ਜਾਓਗੇ। ਇਹ ਚੀਜ਼ਾਂ ਤੇ ਇਹ ਚੀਜ਼ ਮੈਟਰ ਨਹੀਂ ਕਰਦਾ। ਸੋ ਇਸ ਤੋਂ ਰੋਕਿਆ ਗਿਆ। ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਤੁਕ ਪੜ੍ਹ ਕੇ ਗੱਲ ਦਾ ਯਕੀਨ ਨਾ ਕਰਿਆ ਕਰੋ। ਹਰ ਤੁਕ ਦੇ ਅੱਗੇ ਤੇ ਪਿੱਛੇ ਪੜ੍ਹ ਕੇ ਜੋੜ ਕੇ ਬਾਣੀ ਨੂੰ ਪੂਰਾ ਪੜ੍ਹੋ, ਕੱਚੀ ਬਾਣੀ ਨਾ ਪੜ੍ਹੋ। ਇਸ ਚਰਿੱਤਰ ਸੰਬੰਧੀ ਕਹਾਣੀ ਵਿੱਚ ਰਾਜੇ ਵੱਲੋਂ ਔਰਤ ਨੂੰ ਸ਼ਰਾਬ ਅਤੇ ਭੰਗ ਦੇ ਨਸ਼ੇ ਵਿੱਚ ਚੂਰ ਹੋ ਕੇ ਲੰਮੇ ਸਮੇਂ ਤੱਕ ਭੋਗ ਕਰਨ ਬਾਰੇ ਕਹੀ ਗੱਲ ਦੇ ਸੰਬੰਧ ਵਿੱਚ ਲਿਖਿਆ ਤੁਕਾਂ ਨੂੰ ਸ਼ੇਅਰ ਕਰਕੇ ਮਿਸ਼ਨਰੀ ਕਹਿੰਦੇ ਹਨ ਕਿ ਵੇਖੋ, ਇਹ ਬਾਣੀ ਸੰਭੋਗ ਲਈ ਸਮਾਂ ਵਧਾਉਣ ਦੀ ਗੱਲ ਕਰਦੀ ਹੈ। ਸੋ ਗੁਰੂ ਸਾਹਿਬਾਨ ਅਜਿਹਾ ਨਹੀਂ ਲਿਖ ਸਕਦੇ। ਦੱਸੋ, ਗੁਰੂ ਸਾਹਿਬਾਨਾਂ ਨੇ ਜੋ ਹੁਣ ਤੱਕ ਡਿਟੇਲ ਦਿੱਤੇ ਨੇ ਉਹ ਗਲਤ ਨੇ। ਇਹਨੂੰ ਵੀ ਮੈਂ ਕਲੀਅਰ ਕਰਨਾ ਚਾਹਾਂਗਾ। ਪਹਿਲਾਂ ਇਸ ਸਭ ਦਾ ਕਾਰਨ ਸਮਝੋ। ਬਾਣੀ ਵਿੱਚ ਲਿਖਿਆ ਗਿਆ ਹੈ ਕਿ ਰਾਜੇ ਨੇ ਜਦ ਔਰਤ ਨੂੰ ਨਾ ਕਰ ਦਿੱਤੀ ਅਤੇ ਉਹ ਔਰਤ ਨੇ ਕਿਸੇ ਵੀ ਬਹਿਕਾਵੇ ਵਿੱਚ ਨਾ ਆਇਆ ਤਾਂ ਉਸ ਔਰਤ ਨੇ ਗੁੱਸੇ ਵਿੱਚ ਆ ਕੇ ਇਹ ਕਿਹਾ ਕਿ ਜੇਕਰ ਤੂੰ ਨਾ ਮੰਨਿਆ ਤਾਂ ਮੈਂ ਚੋਰ ਚੋਰ ਕਹਿ ਕੇ ਲੋਕਾਂ ਨੂੰ ਬੁਲਾਵਾਂਗੀ। ਔਰਤ ਨੇ ਰੌਲਾ ਪਾਇਆ ਤਾਂ ਰਾਜਾ ਡਰ ਗਿਆ ਅਤੇ ਫਿਰ ਉਸਨੇ ਇੱਜ਼ਤ ਖੁੱਸਣ ਦੇ ਡਰ ਤੋਂ ਉਸ ਔਰਤ ਨੂੰ ਕਿਹਾ ਕਿ ਮੈਂ ਤਾਂ ਤੇਰੇ ਪਿਆਰ ਦਾ ਇਮਤਿਹਾਨ ਲੈ ਰਿਹਾ ਸੀ। ਚੱਲ ਤੂੰ ਮੈਨੂੰ ਭੰਗ ਪਿਲਾ, ਮੈਂ ਤੈਨੂੰ ਸ਼ਰਾਬ ਪਿਆਉਂਦਾ ਹਾਂ। ਇਸ ਤਰ੍ਹਾਂ ਅਸੀਂ ਲੰਮੇ ਸਮੇਂ ਤੱਕ ਭੋਗ ਕਰ ਸਕਾਂਗੇ। ਪਰ ਇਹ ਰਾਜੇ ਦੀ ਚਾਲ ਸੀ।
ਉਸਨੇ ਉਸ ਵੇਸਵਾ ਔਰਤ ਨੂੰ ਪਿਆਰ ਨਾਲ ਬਹੁਤ ਸ਼ਰਾਬ ਪਿਆਈ ਅਤੇ ਨਸ਼ਾ ਕਰਨ ਉਪਰੰਤ ਉਸ ਵੇਸਵਾ ਨੂੰ ਨੀਂਦ ਵਿੱਚ ਕੱਲੀ ਛੱਡ ਕੇ ਦੌੜ ਗਿਆ। ਇਹ ਉਹਦੀ ਚਤਰਾਈ ਸੀ ਅਤੇ ਕਿਸੇ ਨੇ ਉਸ ਨੂੰ ਵੇਖਿਆ ਵੀ ਨਹੀਂ। ਇਹ ਹੈ ਅਸਲ ਕਹਾਣੀ। ਮਿਸ਼ਨਰੀ ਕਤੀੜ ਕਹਿੰਦੀ ਹੈ ਕਿ ਇੱਕ ਚਰਿੱਤਰ ਐਸੇ ਅਜਿਹਾ ਵੀ ਹੈ ਜਿਸ ਵਿੱਚ ਬਹੁਤ ਪੋਰਨੋਗ੍ਰਾਫੀ ਹੈ। ਰਾਜੇ ਵੱਲੋਂ ਔਰਤ ਦੇ ਗੁਪਤ ਅੰਗ ਦੇ ਬਾਲ ਕੱਟਣ ਅਤੇ ਉਸ ਨਾਲ ਵੱਖ-ਵੱਖ ਆਸਨ ਬਾਰੇ ਵਿਸਥਾਰ ਨਾਲ ਲਿਖਿਆ ਗਿਆ ਹੈ। ਹੁਣ ਸਮਝੋ, ਗੁਰੂ ਸਾਹਿਬ ਜੀ ਦੱਸ ਰਹੇ ਹਨ, ਗੌਰ ਨਾਲ ਪੜ੍ਹ ਕੇ ਵੇਖੋ, ਰਾਜਾ ਔਰਤ ਦੇ ਗੁਪਤ ਅੰਗ ਦੇ ਬਾਲ ਕੱਟ ਰਿਹਾ ਹੈ। ਉਹ ਇੱਕ ਰਾਜਾ ਹੈ। ਉਸ ਸਮੇਂ ਦੇ ਦੌਰ ਵਿੱਚ ਇਸ ਗੱਲ ਨੂੰ ਸਮਝ ਕੇ ਦੇਖੋ ਕਿ ਰਾਜਾ ਕਿੰਨਾ ਨੀਚ ਹਰਕਤ ਕਰ ਰਿਹਾ ਹੈ। ਹਜ਼ਾਰਾਂ ਲੋਕਾਂ ਉੱਤੇ ਹੁਕਮ ਚਲਾਉਣ ਵਾਲਾ ਰਾਜਾ ਇੱਕ ਔਰਤ ਦੇ ਗੁਪਤ ਅੰਗ ਦੇ ਬਾਲ ਕੱਟ ਰਿਹਾ ਹੈ। ਗੱਲ ਹੋਰ ਕੁਝ ਵੀ ਨਹੀਂ ਹੈ। ਦਸ਼ਮੇਸ਼ ਪਿਤਾ ਨੇ ਖਾਲਸੇ ਨੂੰ ਕਾਮ ਦੇ ਵਸ ਹੋ ਕੇ ਆਮ ਲੋਕ ਮਨੁੱਖਾਂ ਵਾਂਗ ਨੀਚ ਤੋਂ ਨੀਚ ਹਰਕਤ ਕਰਨ ਦੀ ਗੱਲ ਦੱਸੀ ਹੈ ਕਿ ਇਸ ਕਿਵੇਂ ਬਚਣਾ ਹੈ ਤੇ ਸਮਝਾਇਆ ਹੈ ਕਿ ਅਸੀਂ ਇਸ ਦੀਆਂ ਚਾਲਾਂ ਤੋਂ ਬਚਣਾ ਹੈ। ਕਾਮ ਅਹੁਦਾ ਜਾਂ ਰੁਤਬਾ ਨਹੀਂ ਦੇਖਦਾ। ਕਾਮ ਵਸ ਹੋ ਕੇ ਮਨੁੱਖ ਜਾਨਵਰਾਂ ਜਿਹਾ ਬਣ ਜਾਂਦਾ ਹੈ। ਗੁਰੂ ਸਾਹਿਬ ਨੇ ਸਾਫ਼-ਸਾਫ਼ ਬਿਆਨ ਕੀਤਾ ਹੈ ਕਿ ਕਾਮ ਨਾ ਤਾਂ ਮਾਤਾ ਪਿਤਾ ਰਿਸ਼ਤਾ ਦੇਖਦਾ ਹੈ ਤੇ ਨਾ ਹੀ ਭੈਣ ਭਰਾ ਦਾ ਦੇਖਦਾ ਹੈ। ਸੋ ਇਸ ਤੋਂ ਵੱਧ ਖਤਰਨਾਕ ਹੋਰ ਕੁਝ ਨਹੀਂ ਹੋ ਸਕਦਾ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪੱਛਮੀ ਦੇਸ਼ਾਂ ਦੇ ਰਿਸ਼ਤੇ ਕਾਮ ਸੰਬੰਧੀ ਜਾਹਿਲਤਾ ਨੇ ਹੀ ਖਤਮ ਕੀਤੇ ਹਨ। ਇੱਕ ਮਾਨਸਿਕ ਜਾਹਿਲਤਾ, ਕੋਈ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਪੜ੍ਹਿਆ ਲਿਖਿਆ ਹੈ ਤੇ ਉਹ ਸਿਆਣਾ ਵੀ ਹੋਊਗਾ। ਉਹ ਖਾਸ ਤੌਰ ਤੇ ਆਪਣੇ ਘਰ ਪ੍ਰਤੀ ਜਾਂ ਸਮਾਜ ਪ੍ਰਤੀ ਜਾਂ ਧਰਮ ਪ੍ਰਤੀ। ਤੋ ਇਹ ਇੱਕ ਜਾਗਰੂਕਤਾ ਹੈ ਜੋ ਖਾਨਦਾਨੀ ਆਉਂਦੀ ਹੈ। ਹੁਣ ਖਾਲਸੇ ਦਾ ਜਨਮ ਕੀਤਾ ਗਿਆ, ਉਹ ਖਾਲਸਾ ਦੇ ਵਿੱਚ ਸਭ ਦੇ ਵਿੱਚ ਇੱਕੋ ਹੀ ਜੋ ਹੈ ਉਹ ਖੂਨ ਦੌੜਦਾ, ਜਿਹਦੇ 'ਚ ਉਹਨਾਂ ਨੂੰ ਆਪਣੇ ਆਪ 'ਚ ਰਹਿਣ ਦੀ ਔਰ ਸਮਾਜ ਪ੍ਰਤੀ ਤੁਰਨ ਦੀ ਪੂਰੀ ਲਗਨ ਹੁੰਦੀ ਉਹਨਾਂ ਦੀ। ਸੋ ਮੈਂ ਇਹ ਦੱਸਣਾ ਚਾਹਾਂਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿੱਚ ਬਹੁਤ ਕੁਝ ਹੈ। ਤੁਸੀਂ ਸਿਰਫ ਗੁਰਬਾਣੀ ਦਾ 20% ਹੀ ਜਾਣਦੇ ਹੋ। ਜ਼ਿਆਦਾਤਰ ਗੁਰਬਾਣੀ ਆਮ ਲੋਕਾਂ ਵਿੱਚ ਕਦੇ ਵਿਚਰੀ ਹੀ ਨਹੀਂ। ਆਓ ਮੈਂ ਤੁਹਾਨੂੰ ਪੂਰੇ ਦਸਮ ਗ੍ਰੰਥ ਦੇ ਕੋਖ ਕਰਕੇ ਤੁਹਾਨੂੰ ਮੈਂ ਨਿਚੋੜ ਦੱਸਦਾ। ਕਈ ਕਹਿ ਦਿੰਦੇ ਨੇ ਕਿ ਸਾਡਾ ਗੁਰੂ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਤਾਂ ਫਿਰ ਅਸੀਂ ਕੋਈ ਹੋਰ ਗ੍ਰੰਥ ਕਿਉਂ ਪੜ੍ਹੀਏ। ਮੈਂ ਇਹਨਾਂ ਨੂੰ ਕਹਿਣਾ ਚਾਹਾਂਗਾ ਕਿ ਦਸਮ ਗ੍ਰੰਥ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਆਪਣੇ ਖਾਲਸੇ ਲਈ ਲਿਖਿਆ ਗਿਆ ਇਹ ਅਨਮੋਲ ਗ੍ਰੰਥ ਹੈ। ਇਹ ਸਾਡੀ ਸਿੱਖੀ ਸਾਹਿਤ ਦਾ ਬਹੁਤ ਵੱਡਾ ਖਜ਼ਾਨਾ ਹੈ। ਸਾਨੂੰ ਮੌਕਾ ਮਿਲਿਆ ਹੈ ਕਿ ਅਸੀਂ ਇਸ ਖਜ਼ਾਨੇ ਵਿੱਚ ਕੁਝ ਖਜ਼ਾਨਾ ਹਾਸਲ ਕਰਕੇ ਮਾਨਸਿਕ ਤੌਰ ਤੇ ਅਮੀਰ ਬਣੀਏ। ਜੇਕਰ ਸਿੰਘ ਕਹਿੰਦੇ ਹਨ ਕਿ ਦਸਮ ਗ੍ਰੰਥ ਬਾਣੀ ਵੀਰ ਰਸ ਵਿੱਚ ਲਿਖੀ ਗਈ ਹੈ, ਜਿਸ ਦੇ ਕਾਰਨ ਸਾਨੂੰ ਯੁੱਧ ਕਰਨ ਸਮੇਂ ਵੀਰ ਰਸ ਵੀ ਪ੍ਰਾਪਤ ਹੁੰਦਾ ਹੈ, ਤਾਂ ਮਿਸ਼ਨਰੀ ਕਤੀੜ ਕਹਿੰਦੇ ਨੇ ਕਿ ਦਸਮ ਗ੍ਰੰਥ ਦੀ ਰਚਨਾ ਤੋਂ ਪਹਿਲਾਂ ਵੀ ਸਿੱਖਾਂ ਨੇ ਯੁੱਧ ਲੜੇ ਨੇ ਤੇ ਜਿੱਤ ਵੀ ਹਾਸਲ ਕੀਤੀ ਹੈ। ਕਹਿੰਦੇ ਦੱਸੋ ਉਹਨਾਂ ਕੋਲ ਵੀਰ ਰਸ ਨਹੀਂ ਸੀ? ਕਹਿੰਦੇ ਬਾਕੀ ਦੁਨੀਆ ਨੇ ਵੀ ਦਸਮ ਗ੍ਰੰਥ ਪੜ੍ਹੇ ਬਿਨਾਂ ਲੱਖਾਂ ਯੁੱਧ ਲੜੇ ਨੇ, ਕਿ ਉਹਨਾਂ ਵਿੱਚ ਵੀਰ ਰਸ ਨਹੀਂ ਸੀ? ਵੇਖੋ ਕਿੰਨੀਆਂ ਬੇਵਕੂਫੀਆਂ ਭਰੀਆਂ ਗੱਲਾਂ ਕਰ ਰਹੇ ਨੇ ਲੋਕੀ। ਅੱਜ ਮਨੁੱਖ ਕੋਲ 5000 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਹੈ। ਕਿ ਹੁਣ ਅਸੀਂ ਇਹ ਕਹਿ ਦਈਏ ਕਿ ਇੰਨੀ ਮਾਰ ਕਰਨ ਵਾਲੀ ਮਿਜ਼ਾਈਲ ਬਣਾਉਣ ਦੀ ਕੀ ਲੋੜ ਸੀ? ਪਹਿਲਾਂ ਵੀ ਤਾਂ ਦੁਨੀਆ ਲੜਾਈ ਲੜਦੀ ਸੀ, ਜਿੱਤਦੀ ਸੀ। ਕਿ ਇਹਨਾਂ ਮਿਜ਼ਾਈਲਾਂ ਤੋਂ ਬਿਨਾਂ ਕੋਈ ਕੰਮ ਰੁਕਿਆ ਸੀ? ਸਵਾਲ ਮੂਰਖਤਾ ਨਾਲ ਭਰਪੂਰ ਹੈ। ਸਮੇਂ ਦੇ ਨਾਲ ਹਥਿਆਰ ਵੀ ਬਦਲ ਜਾਂਦੇ ਨੇ ਅਤੇ ਰਣਨੀਤੀਆਂ ਵੀ ਬਦਲ ਜਾਂਦੀਆਂ ਨੇ। ਦਸਮ ਬਾਣੀ ਤੋਂ ਪਹਿਲਾਂ ਸਿੱਖਾਂ ਵੱਲੋਂ ਜੋ ਯੁੱਧ ਲੜੇ ਗਏ, ਉਹਨਾਂ ਯੁੱਧਾਂ ਦੌਰਾਨ ਵੀ ਸਿੱਖ ਵਿੱਚ ਵੀਰ ਰਸ ਸੀ। ਪਰ ਜਦੋਂ ਸਿੰਘਾਂ ਨੇ ਦਸਮ ਬਾਣੀ ਮਿਲੀ ਤਾਂ ਉਹਨਾਂ ਦਾ ਵੀਰ ਰਸ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ। ਰਹੀ ਗੱਲ ਬਾਕੀ ਦੁਨੀਆ ਵੱਲੋਂ ਲੜੇ ਗਏ ਲੱਖਾਂ ਯੁੱਧਾਂ ਦੀ, ਤਾਂ ਉਹਨਾਂ ਵਿੱਚੋਂ ਕਿਸੇ ਵੀ ਯੁੱਧ ਵਿੱਚ ਸਾਰੇ ਸੰਸਾਰ ਨੂੰ ਉਹਨਾਂ ਵੀਰ ਰਸ ਨਹੀਂ ਦਿਖਾਈ ਦਿੱਤਾ ਜਿੰਨਾ ਖਾਲਸੇ ਦੇ ਯੁੱਧ ਵਿੱਚ ਦੇਖਿਆ ਗਿਆ ਹੈ। ਆਪਰੇਸ਼ਨ ਬਲੂ ਸਟਾਰ ਨੂੰ ਹੀ ਦੇਖ ਲਵੋ। ਲਗਾਤਾਰ 250 ਦੀ ਗਿਣਤੀ ਵਾਲੇ ਸਿੰਘਾਂ ਨੇ 15000 ਫੌਜੀ ਮਾਰ ਸੁੱਟੇ ਸਨ। ਇੰਨੇ ਹੀ ਜ਼ਖਮੀ ਕੀਤੇ ਸਨ। ਦੱਸੋ ਅਜਿਹਾ ਵੀਰ ਰਸ ਪੂਰੀ ਦੁਨੀਆ ਦੇ ਕਿੱਥੇ ਸੀ? ਕਈ ਮੂਰਖ 300 ਸਪਾਰਟਨ ਲੋਕਾਂ ਦੀ ਗੱਲ ਵੀ ਕਰਦੇ ਨੇ, ਪਰ ਕਦੇ ਕਿਸੇ ਨੇ ਇਸ ਗੱਲ ਤੇ ਗੌਰ ਕੀਤਾ ਹੈ ਕਿ ਜਿਸ ਦर्रे ਵਿੱਚ ਖੜੇ ਹੋ ਕੇ ਉਹ ਯੁੱਧ ਲੜ ਰਹੇ ਸੀ, ਉੱਥੇ ਉਹਨਾਂ ਦਾ ਮੁਕਾਬਲਾ ਕਰਨ ਲਈ ਉਹਨਾਂ ਦੀ ਗਿਣਤੀ ਜਿੰਨੇ ਸੈਨਿਕ ਹੀ ਪ੍ਰਵੇਸ਼ ਸਿਰਫ ਕਰ ਸਕਦੇ ਸਨ। ਇਸੇ ਕਾਰਨ ਸਦਕਾ ਉਹਨਾਂ 300 ਸਪਾਰਟਨ ਫੌਜੀਆਂ ਨੇ ਹਜ਼ਾਰਾਂ ਦੀ ਫੌਜ ਦਾ ਸਾਹਮਣਾ ਕੀਤਾ। ਦੇਖੋ ਇਹਨਾਂ 'ਚ ਜੋ ਮੈਂਟਲੀ ਜੋ ਇਹ ਪ੍ਰਿਪੇਅਰ ਹੋ ਕੇ ਆਏ ਸਨ, ਇਹਨਾਂ ਨੇ ਆਪਣੇ ਹਿਸਾਬ ਨਾਲ ਲੜਿਆ। ਇਹ ਵੀ ਜੰਗ ਦਾ ਇੱਕ ਤਰੀਕਾ ਹੈ। ਉਹ ਖੜੇ ਹੀ ਐਸੀ ਜਗ੍ਹਾ ਤੇ ਸਨ
ਜਿੱਥੇ ਉਹਨਾਂ ਜਿੰਨੀ ਗਿਣਤੀ ਦੇ ਹੀ ਵਿਰੋਧੀ ਸਿਪਾਹੀ ਅੱਗੇ ਵੱਧ ਸਕਦੇ ਸਨ। ਇਹੀ ਕਾਰਨ ਹੈ ਕਿ ਉਹਨਾਂ ਨੇ ਉਸ ਸਮੇਂ ਬਹੁਤ ਵਧੀਆ ਮੁਕਾਬਲਾ ਕੀਤਾ। ਪਰ ਜੇ ਗੱਲ ਕਰੀਏ ਖਾਲਸੇ ਦੀ, ਤਾਂ ਖਾਲਸਾ ਨੇ ਹਮੇਸ਼ਾ ਚਾਰੇ ਪਾਸੇ ਤੋਂ ਹੋ ਰਹੇ ਹਮਲਿਆਂ ਦਾ ਵੀ ਮੂੰਹ ਤੋੜ ਜਵਾਬ ਦਿੱਤਾ ਹੈ। ਇਤਿਹਾਸ ਪੜ੍ਹ ਲਓ। ਸੋ ਦਸਮ ਬਾਣੀ ਨੇ ਸਾਨੂੰ ਯੁੱਧ ਲੜਨ ਅਤੇ ਸਮਝ ਬੂਝ ਨਾਲ ਸਮਾਜ ਵਿੱਚ ਰਹਿਣ ਦਾ ਵੀ ਬਹੁਤ ਵੱਡੀ ਤਾਕਤ ਬਖਸ਼ੀ ਹੈ। ਦਸਮ ਬਾਣੀ ਦੇ ਵਿਵਾਦ ਪਿੱਛੇ ਲੁਕੇ ਕਾਰਨ ਦੀ ਗੱਲ ਕਰੀਏ ਤਾਂ ਉਹ ਇਸ ਤਰ੍ਹਾਂ ਹੈ। ਬਲੂ ਸਟਾਰ ਬੁੱਕ ਲਿਖਣ ਵਾਲੇ ਹਿੰਦੁਸਤਾਨ ਦੇ ਦਾਸ KPS ਬਰਾਰ ਨੇ ਦੇ ਅਨੁਸਾਰ ਸਨ 80 ਦੇ ਸਮੇਂ RSS ਨੇ ਇੱਕ ਮੀਟਿੰਗ ਰੱਖੀ ਸੀ, ਜਿਸ ਵਿੱਚ ਉਹਨਾਂ ਨੇ ਕਾਂਗਰਸ ਦੀ ਹੈੱਡ ਇੰਦਰਾ ਗਾਂਧੀ ਨੂੰ ਵੀ ਸੁਝਾਅ ਦਿੱਤਾ ਕਿ ਸਿੱਖਾਂ ਦੇ ਜੋ ਦਸਮ ਗ੍ਰੰਥ ਹੈ ਉਸਦੀ ਭਾਸ਼ਾ ਅਜਿਹੀ ਬਣਾਈ ਜਾਵੇ, ਅਰਥ ਬਦਲ ਜਾਣ ਜੋ ਕਿ ਸਿੱਖ ਭਟਕ ਜਾਣ। ਪਰ ਇੰਦਰਾ ਗਾਂਧੀ ਜੀ ਬਹੁਤ ਸੂਝਵਾਨ ਸੀ, ਉਹਨਾਂ ਨੇ ਇਹ ਮਨਜ਼ੂਰੀ ਨਹੀਂ ਮੰਨੀ। ਪਰ RSS ਨੇ ਆਪਣੇ ਫੈਸਲੇ ਤੇ ਅਡਿਗ ਰਹਿ ਕੇ ਉਹਨਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਰਾਸ਼ਟਰੀ ਪੱਧਰ ਦੇ ਗੋਲਡ ਮੈਡਲਿਸਟ ਜੋ ਪ੍ਰਾਪਤ ਕੀਤਾ ਸੀ, ਉਹਨਾਂ ਵਿਦਵਾਨਾਂ ਨੂੰ ਦਸਮ ਗ੍ਰੰਥ ਦੇ ਅਰਥ ਆਪਣੀ ਸੋਝੀ ਅਨੁਸਾਰ, ਆਪਣੇ ਮਤ ਅਨੁਸਾਰ ਕਰਨ ਲਈ ਕਿਹਾ। ਇਸ ਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਦਸਮ ਬਾਣੀ ਨੂੰ ਬਦਨਾਮ ਕਰਨ ਪਿੱਛੇ ਮੁੱਖ ਜ਼ਿੰਮੇਵਾਰ RSS ਹੈ। RSS ਨੇ ਦਸਮ ਬਾਣੀ ਦੇ ਬਹੁਤ ਸਾਰੇ ਅਰਥ ਜੋੜ ਮਰੋੜ ਕੇ ਪੇਸ਼ ਕੀਤੇ ਹਨ। ਇਹ ਸਾਰੀ ਦਸਮ ਬਾਣੀ ਦੇ ਅਰਥ ਨਹੀਂ ਬਦਲ ਸਕੇ, ਜਿਸ ਦੇ ਕਾਰਨ ਉਹਨਾਂ ਦਾ ਜੋ ਸੁਪਨਾ ਸੀ ਉਹ ਪੂਰਾ ਸਾਕਾਰ ਨਹੀਂ ਹੋ ਪਾਇਆ। ਇਸ ਦੇ ਫਲਸਰੂਪ ਬਹੁਤ ਸਾਰੇ ਸਿੱਖ ਜੋ ਕਿ ਦਿਮਾਗੀ ਤੌਰ 'ਤੇ ਬਹੁਤ ਤੇਜ਼ ਨਹੀਂ ਸਨ, ਉਹਨਾਂ ਨੇ RSS ਵੱਲੋਂ ਦਸਮ ਬਾਣੀ ਦੇ ਕੁਝ ਹਿੱਸੇ ਦੇ ਕੀਤੇ ਗਏ ਗਲਤ ਅਰਥ ਨੂੰ ਪੜ੍ਹ ਕੇ ਦਸਮ ਬਾਣੀ ਦਾ ਵਿਰੋਧ ਕਰਤਾ, ਜਿਹਦੇ 'ਚੋਂ ਮਿਸ਼ਨਰੀ ਵੀ ਇੱਕ ਨੇ। ਉਹਨਾਂ ਕੋਲ ਇਹਨਾਂ ਦਿਮਾਗ ਨਹੀਂ ਸੀ ਕਿ ਉਹ ਅਰਥਾਂ ਨੂੰ ਸਮਝ ਸਕਣ, ਕਿਉਂਕਿ ਅਰਥ ਬਦਲਣ ਵਾਲੇ ਇਨਸਾਨ ਕੋਈ ਆਮ ਨਹੀਂ ਸੀ, ਉਹ ਸਕਾਲਰ ਸੀ। ਉਹ ਆਪੋ ਆਪਣੀ ਭਾਸ਼ਾ ਦੇ ਗਿਆਨ ਵਿੱਚ ਗੋਲਡ ਮੈਡਲਿਸਟ ਸੀ। ਜਿਸ ਤਰ੍ਹਾਂ ਦਸਮ ਬਾਣੀ ਦਾ ਬਹੁਤ ਹੀ ਜ਼ਿਆਦਾ ਵੱਡਾ ਵਿਵਾਦ ਖੜਾ ਹੋ ਗਿਆ ਹੈ। ਸਿੱਖ ਧਰਮ ਵਿੱਚ ਬਾਣੀ ਨੂੰ ਲੈ ਕੇ ਧੜੇਬੰਦੀ ਹੋ ਗਈ ਹੈ। ਸਾਡੇ ਬਹੁਤ ਸਾਰੇ ਮਹਾਨ ਵਿਦਵਾਨਾਂ ਨੇ ਦਸਮ ਬਾਣੀ ਦੇ ਸਹੀ ਅਰਥ ਪੇਸ਼ ਕਰਕੇ ਲੋਕਾਂ ਨੂੰ ਸਮਝਾਇਆ ਵੀ ਹੈ ਕਿ ਦਸਮ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਹੈ। ਇਹਨਾਂ ਵਿਦਵਾਨਾਂ ਵਿੱਚ ਸੰਤ ਮਸਕੀਨ ਜੀ ਹੋਏ ਨੇ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵੀ ਹੋਏ ਨੇ। ਭਾਈ ਕਾਹਨ ਸਿੰਘ ਨਾਭਾ ਜੀ ਕਿਤਾਬ ਹਮ ਹਿੰਦੂ ਨਹੀਂ ਪੜ੍ਹ ਲਵੋ। ਇਸ ਕਿਤਾਬ ਵਿੱਚ ਦਸਮ ਨੂੰ ਆਧਾਰ ਬਣਾ ਕੇ ਹੀ ਭਾਈ ਸਾਹਿਬ ਨੇ ਬ੍ਰਾਹਮਣਾਂ ਦੀਆਂ ਨਾਸਾਂ ਤੋੜ ਦਿੱਤੀਆਂ ਨੇ। ਅੰਗਰੇਜ਼ਾਂ ਅੱਗੇ ਭਾਈ ਸਾਹਿਬ ਨੇ ਅਰਜ਼ੋਈਆਂ ਕਰਕੇ ਇਸ ਨੂੰ ਕਿਤਾਬ ਨੂੰ ਪਬਲਿਸ਼ ਹੋਣ ਤੋਂ ਰੋਕਣ ਦਾ ਬਹੁਤ ਯਤਨ ਕੀਤਾ, ਪਰ ਇਹ ਅਸਫਲ ਰਹੇ। ਭਾਈ ਸਾਹਿਬ ਨੇ ਅਤ ਦਰਜੇ ਦੀ ਸੁੰਦਰ ਕਿਤਾਬ ਲਿਖੀ ਹੈ। ਸੋ ਵੀਰੋ ਅਤੇ ਭੈਣੋ, ਦਾਸ ਵੱਲੋਂ ਬੇਨਤੀ ਹੈ ਕਿ ਦਸਮ ਬਾਣੀ ਸਾਡੇ ਧਰਮ ਦਾ ਬਹੁਮੁੱਲ ਸਾਹਿਤ ਹੈ, ਬਹੁਮੁੱਲ ਖਜ਼ਾਨਾ ਹੈ। ਧਰਮ ਨੂੰ ਬਚਾਉਣ ਅਤੇ ਸਮਾਜਿਕ ਵਿਚਾਰਾਂ ਦੀ, ਰਾਜਨੀਤਿਕ ਵਿਚਾਰਾਂ ਦੀ, ਪਰਿਵਾਰਕ ਸਾਂਭ ਸੰਭਾਲ ਦੀ ਗੱਲ ਕੀਤੀ ਗਈ ਹੈ। ਇਸ ਨੂੰ ਖੁਦ ਪੜ੍ਹੋ, ਨਾ ਕਿ ਲੋਕਾਂ ਦੀਆਂ ਜਬਲੀਆਂ ਸੁਣੋ। ਗੱਲ ਪੰਜਾਬ ਦੀ ਟੀਵੀ ਦੇ ਹਰ ਲੇਟੈਸਟ ਪ੍ਰੋਗਰਾਮ ਨੂੰ ਇੰਜੋਏ ਕਰਨ ਦੇ ਲਈ ਤੁਸੀਂ ਸਾਡੀ ਵੈਬ ਟੀਵੀ ਦੀ ਐਪ ਡਾਊਨਲੋਡ ਕਰ ਸਕਦੇ ਹੋ ਜੀ। ਪਲੇ ਸਟੋਰ ਤੇ ਜਾ ਕੇ ਤੇ ਐਪ ਸਟੋਰ ਤੇ ਜਾ ਕੇ ਤੇ YouTube ਤੇ ਵੀ ਜਨਾਬ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਿਓ ਤਾਂ ਕਿ ਗੱਲ ਪੰਜਾਬ ਦੀ ਟੀਵੀ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ।